एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7th ਕਲਾਸ ਦੀ ਬੁੱਕ ਮਾਈ ਇੰਗਲਿਸ਼ ਕੰਪੈਨੀਅਨ ਤੇ ਉਹਦਾ ਪਹਿਲਾ ਲੈਸਨ ਰੈਂਟ ਫॉर ਵਾਟਰ ਪਾਰਟ 1 ਦੇ ਵਿੱਚ ਆਪਾਂ ਚੈਪਟਰ ਸਮਝਿਆ ਸੀ ਤੇ ਕੁਐਸਚਨ ਆਨਸਰਸ ਡਿਸਕਸ ਕੀਤੇ ਸੀ। ਇਸ ਪਾਰਟ ਦੇ ਵਿੱਚ ਆਪਾਂ ਲਰਨਿੰਗ ਲੈਂਗੁਏਜ ਯਾਨੀ ਕਿ ਗ੍ਰਾਮਰ ਸਿੱਖਾਂਗੇ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ। ਦ ਨਾउन ਰਿਵੀਜ਼ਨ। ਹੁਣ ਨਾउन ਕੀ ਹੁੰਦਾ ਹੈ ਉਹਦੇ ਬਾਰੇ ਆਪਾਂ ਰਿਵੀਜ਼ਨ ਕਰਾਂਗੇ। ਅ ਨਾउन ਇਜ਼ ਦ ਨੇਮ ਆਫ ਅ ਪਰਸਨ, ਪਲੇਸ, ਐਨੀਮਲ, ਥਿੰਗ ਐਕਸੈਟਰਾ। ਹੁਣ ਜਿਹੜਾ ਨਾउन ਹੈਗਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਨਾਂਵ, ਉਹ ਕੀ ਹੁੰਦਾ ਹੈਗਾ? ਉਹ ਕਿਸੇ ਵਿਅਕਤੀ ਦਾ ਨਾਂ, ਸਥਾਨ ਦਾ, ਜਾਨਵਰ ਦਾ, ਚੀਜ਼ ਆਦਿ ਦਾ ਨਾਮ ਜਿਹੜਾ ਹੁੰਦਾ ਉਹਨੂੰ ਆਪਾਂ ਨਾउन ਕਹੀਦਾ। Let us look at some sentences. आओ कुछ वाक्या वाल देखते हैं जिवें उदाहरण लेंदे हैं। पहला, दिव्यम is a good dancer. दिव्यम जो कि किसी का नाम हैगा ओह एक वधिया डांसर हैगा ते इत्थे डांसर की आ गया नाउन आ गया। उवें ही सैकेंड, न्यूयॉर्क is a big city. हुण जिहड़ा न्यूयॉर्क है ये किसी थां दा नाम हैगा, ओह एक वड्डा शहर हैगा, इत्थे हाईलाइट करता शहर। Animals are important for the existence of human beings. मनुख दी होंद लई जानवर महत्वपूर्ण हैगे ने। इत्थे नाउन की हैगा? आ देखो, एनिमल्स, एग्जिस्टेंस, ह्यूमन बींग्स, इंसान, ये सारे नाउन्स हैगे ने। हुण नाम दी भी अलग अलग टाइप्स हुंदियां ने, वो आपां अज इस क्लास दे विच पढ़ांगे। The words in bold are nouns. जेड़े शब्द जेड़े हैगे ने बोल्ड दे विच लिखे गए ने, डार्क करके लिखे गए ने, वो नाउन हुंदे ने। They are the names of a person, place, animal or a thing. ਉਹ ਇੱਕ ਵਿਅਕਤੀ ਦਾ, ਸਥਾਨ ਦਾ, ਜਾਨਵਰ ਜਾਂ ਕਿਸੇ ਚੀਜ਼ ਦਾ ਨਾਮ ਹੋ ਸਕਦੇ ਨੇ, ਜਿਵੇਂ ਇੱਥੇ ਦਿਵਯਮ ਹੋ ਗਿਆ, ਨਿਊਯਾਰਕ ਹੋ ਗਿਆ, ਐਨੀਮਲਸ ਹੋ ਗਏ, ਹਿਊਮਨ ਬੀਇੰਗਸ ਹੋ ਗਏ। In this lesson, we will discuss some more types of nouns. ਇਸ ਪਾਰਟ ਦੇ ਵਿੱਚ ਆਪਾਂ ਵੱਖ-ਵੱਖ ਨਾਂਵ ਦੇ ਜਿਹੜੇ ਪ੍ਰਕਾਰ ਹੈਗੇ ਨੇ ਉਹਨਾਂ ਬਾਰੇ ਪੜਾਂਗੇ। ਮੁੱਖ ਤੌਰ ਤੇ ਨਾउन ਦੀਆਂ 3 ਕੈਟਾਗਰੀਜ਼ ਬਾਰੇ ਪੜਾਂਗੇ: ਐਬਸਟਰੈਕਟ ਨਾउन, ਕੰਕਰੀਟ ਨਾउन ਐਂਡ ਕਲੈਕਟਿਵ ਨਾउन। ਚਲੋ ਇਹਨੂੰ ਪੜ੍ਹਦੇ ਆਂ, ਸਮਝਦੇ ਆਂ ਕੀ ਹੈਗਾ ਇਹਦੇ ਵਿੱਚ। The thing mentioned above may be concrete. ਕਹਿਣ ਦਾ ਮਤਲਬ ਉੱਤੇ ਜਿਹੜੀ ਗੱਲ ਦੱਸੀ ਗਈ ਹੈ, ਇੱਥੇ ਆਪਾਂ ਥਿੰਗ ਬਾਰੇ ਪੜ੍ਹਿਆ ਨਾ ਕਿ ਕੋਈ ਥਿੰਗ ਵੀ, ਚੀਜ਼ ਵੀ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਨਾउन ਦੀ ਕੈਟਾਗਰੀ ਦੇ ਵਿੱਚ ਲੈਂਦੇ ਆ, ਨਾਂਵ ਦੀ ਕੈਟਾਗਰੀ ਦੇ ਵਿੱਚ ਲੈਂਦੇ ਆ। ਜਿਵੇਂ ਕਿ ਬੈਗ, ਇਹ ਵੀ ਇੱਕ ਚੀਜ਼ ਹੈਗੀ ਹੈ। ਪੈਨਸਿਲ, ਪੈਨ, ਸਮਥਿੰਗ ਦੈਟ ਵੀ ਕੈਨ ਸੀ ਐਂਡ ਟੱਚ, ਜਿਹੜੀ ਚੀਜ਼ ਨੂੰ ਆਪਾਂ ਦੇਖ ਸਕਦੇ ਆ ਤੇ ਛੂ ਸਕਦੇ ਆ, ਉਹ ਚੀਜ਼ ਆਪਾਂ ਕੰਕਰੀਟ ਨਾउन ਦੇ ਵਿੱਚ ਲੈ ਲੈਂਦੇ ਆ। ਸਮਥਿੰਗ ਦੈਟ ਵੀ ਕੈਨ ਸੀ ਐਂਡ ਟੱਚ, ਸਮਝ ਗਏ? ਦੂਜੀ ਚੀਜ਼ और एब्सट्रैक्ट नाउन, ये दूजी कैटेगरी एब्सट्रैक्ट नाउन। जिवें पीस, शांति, ऑनेस्टी जिन्हों आपां कहीदा ईमानदारी, गुडनेस, चंगियाई। समथिंग दैट वी कैन ओनली फील बट कैन नॉट सी और टच, जेड़ी चीज़ नूं आपां सिर्फ महसूस कर सकते हैं, जिवें शांति हो गई, ईमानदारी हो गई, सच्चाई हो गई। ठीक है, ये ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਆ, ਫੀਲ ਕਰ ਸਕਦੇ ਆ, ਪਰ ਇਹਨਾਂ ਨੂੰ ਦੇਖ ਜਾਂ ਟੱਚ ਨਹੀਂ ਕਰ ਸਕਦੇ। ਉਹ ਹੋ ਜਾਂਦੇ ਨੇ ਐਬਸਟਰੈਕਟ। ਤੇ ਐਬਸਟਰੈਕਟ ਤੋਂ ਯਾਦ ਰੱਖਿਓ, ਐਬਸ ਜਿਹੜੇ ਆਪਾਂ ਬੋਡੀ ਦੇ ਵਿੱਚ ਬਣਾਉਂਦੇ ਆ ਉਹ ਸਾਨੂੰ ਫੀਲ ਹੁੰਦੇ ਨੇ। ਠੀਕ ਹੈ, ਇਦਾਂ ਉਲਟਾ ਲੈ ਕੇ ਚੱਲਿਓ, ਹਾਲਾਂਕਿ ਆਪਾਂ ਦੇਖ ਵੀ ਸਕਦੇ ਆ, ਟੱਚ ਵੀ ਕਰ ਸਕਦੇ ਆ, ਪਰ ਤੁਸੀਂ ਉਲਟਾ ਹਿਸਾਬ ਲੈ ਕੇ ਜਾਣਾ। ਲੇਕਿਨ ਕੰਕਰੀਟ, ਜਿਵੇਂ ਆਪਾਂ ਕਹਿ ਸਕਦੇ ਆ ਬਜਰੀ, ਸੀਮੈਂਟ ਹੋ ਗਿਆ, ਕੰਕਰੀਟ ਯੂਜ਼ ਕਰਦੇ ਆ। ਜਿਹੜੀ ਚੀਜ਼ ਆਪਾਂ ਟੱਚ ਵੀ ਕਰ ਸਕਦੇ ਆ ਤੇ ਦੇਖ ਵੀ ਸਕਦੇ ਆ, ਉਹ ਕੰਕਰੀਟ ਨਾउन ਹੋ ਜਾਂਦੇ। ਹੁਣ ਇੱਥੇ ਦੱਸਿਆ ਗਿਆ 5 ਸੈਂਸਸ ਹੁੰਦੇ ਨੇ ਸਾਡੇ, 5 ਤਰੀਕੇ ਦੇ ਨਾਲ ਅਸੀਂ ਆਪਣੀ ਇੰਦਰੀਆਂ ਨੂੰ ਯੂਜ਼ ਕਰ ਸਕਦੇ ਆ। 5 ਤਰੀਕੇ ਦੀਆਂ ਇੰਦਰੀਆਂ ਹੋ ਸਕਦੀਆਂ ਨੇ: ਸਮੈਲ, ਸੁੰਘਣ ਵਾਲੀ, ਟੱਚ ਕਰਨ ਵਾਲੀ, ਛੂਹਣ ਵਾਲੀ, ਹੀਅਰਿੰਗ, ਸੁਣਨ ਵਾਲੀ, ਟੇਸਟ, ਸਵਾਦ ਤੇ ਸਾਈਟ ਯਾਨੀ ਦੇਖਣ ਵਾਲੀ। ਹੁਣ ਸਮਝ ਆ ਗਿਆ? ਕੰਕਰੀਟ ਜਿਹਨੂੰ ਆਪਾਂ ਦੇਖ ਵੀ ਸਕਦੇ ਆ, ਟੱਚ ਵੀ ਕਰ ਸਕਦੇ ਆ, ਜਿਵੇਂ ਪੈਨ, ਪੈਨਸਿਲ, ਬੈਗ, ਜੁੱਤੇ, ਕੱਪੜੇ। ਐਬਸਟਰੈਕਟ ਜਿਹੜੀ ਚੀਜ਼ਾਂ ਸਾਨੂੰ ਮਹਿਸੂਸ ਹੁੰਦੀਆਂ ਨੇ, ਆਪਾਂ ਕਹਿ ਸਕਦੇ ਆ ਇਮੋਸ਼ਨਸ। ਲੁੱਕ ਐਟ ਦ ਪਿਕਚਰ ਗਿਵਨ ਬਿਲੋ। ਹੇਠਾਂ ਦਿੱਤੀ ਤਸਵੀਰ ਨੂੰ ਦੇਖੋ। ਆ ਦੇਖੋ, ਦ ਡੌਗ ਫੈਚ ਦ ਬਾਲ ਵਿਦ ਗਲੀ। ਕੁੱਤੇ ਨੇ ਖੁਸ਼ੀ ਨਾਲ ਬਾਲ ਨੂੰ ਛਾਲ ਮਾਰੀ ਜਾਂ ਬਾਲ ਲਈ। ਤੇ ਇੱਥੇ ਗਲੀ ਦਾ ਮਤਲਬ ਹੁੰਦਾ ਹੈ
खुशी दे नाल। fetch ਦਾ ਮਤਲਬ ਫੜਨਾ ਜਾਂ ਲਿਆਇਆ। In the sentence above, the word glee is an abstract noun. ਹੁਣ ਉਪਰੋਕਤ ਵਾਕ ਦੇ ਵਿੱਚ ਜਿਹੜਾ glee ਹੈਗਾ ਉਹ ਇੱਕ abstract noun ਹੈ। abstract noun ਮੈਂ ਹੁਣੇ ਤੁਹਾਨੂੰ ਦੱਸਿਆ ਸੀ, abs ਤੋਂ ਯਾਦ ਰੱਖਿਓ ਤੁਸੀਂ, ਹਾਲਾਂਕਿ ਉਹਨੂੰ ਟੱਚ ਵੀ ਕਰ ਸਕਦੇ ਹੋ, ਫੀਲ ਵੀ ਕਰ ਸਕਦੇ ਹੋ, ਪਰ ਉਹ ਵਾਲੀ ਚੀਜ਼ ਜਿਹੜੀ ਤੁਸੀਂ ਮਹਿਸੂਸ ਕਰਦੇ ਹੋ, ਖੁਸ਼ੀ ਉਹ ਮਹਿਸੂਸ ਕਰਦੇ ਹੋ, ਉਹ ਹੋ ਗਿਆ abstract noun। The dog, ਕੁੱਤਾ, the ball, the grass, the sky, that we can see are concrete nouns। ਜਿਹੜੀਆਂ ਚੀਜ਼ਾਂ ਆਪਾਂ ਦੇਖ ਸਕਦੇ ਜਿਵੇਂ ਕੁੱਤਾ ਹੋ ਗਿਆ, ਬॉल ਹੋ ਗਿਆ, ਘਾਹ ਹੋ ਗਿਆ, ਆਸਮਾਨ ਹੋ ਗਿਆ, ਇਹ ਹੋ ਗਏ ਸਾਡੇ concrete nouns। examples of concrete nouns, ਹੋਰ ਉਦਾਹਰਨ ਕਿਹੜੇ ਨੇ concrete noun ਦੇ ਜਿਹਨੂੰ ਆਪਾਂ ਦੇਖ ਵੀ ਸਕਦੇ ਹਾਂ, we can see, ਨਾਲ ਦੀ ਨਾਲ ਆਪਾਂ ਉਹਨੂੰ ਟੱਚ ਵੀ ਕਰ ਸਕਦੇ ਹਾਂ। ਜਿਵੇਂ ਸਭ ਤੋਂ ਪਹਿਲੀ ਚੀਜ਼ people, ਲੋਕ, man, women, dentist, teacher, ਆਦਮੀ, ਔਰਤ, ਜਿਹੜੇ ਦੰਦ ਠੀਕ ਕਰਦੇ ਨੇ, ਡਾਕਟਰ ਦੰਦਾਂ ਦੇ, ਜਾਂ ਅਧਿਆਪਕ, ਇਹ ਸਾਰੇ ਕੰਕਰੀਟ ਨਾਊਨਸ ਦੇ ਵਿੱਚ। ਉਵੇਂ ਹੀ ਐਨੀਮਲਸ ਦੇ ਵਿੱਚ ਕੈਟ, ਡੌਗ, ਬਰਡ, ਈਗਲ ਜਿਹਨੂੰ ਆਪਾਂ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ। ਆਬਜੈਕਟਸ ਦੇ ਵਿੱਚ, ਚੀਜ਼ਾਂ ਦੇ ਵਿੱਚ ਜਾਂ ਵਸਤੂਆਂ ਦੇ ਵਿੱਚ ਬੁੱਕ, ਕਿਤਾਬ, ਪੈਨਸਿਲ, ਪੈਨ, ਬਲੈਂਕਟ, ਰਜਾਈ। ਚੌਥੀ ਚੀਜ਼ places and geographical features, यानी कि स्थान ते भूगोलिक विशेषतावां, जिवें माउंटेन, पहाड़, वैली, घाटी, पंजाब, इंडिया, ये सारियां places आ गईयां, थावां आ गईयां, सब कॉन्क्रीट नाउन दे विच आंदे जिन्हों आपां देख भी सकते हैं, महसूस कर, टच भी कर सकते हैं। ठीक है, उवें ही एग्जाम्पल्स ऑफ एब्सट्रैक्ट नाउन जिन्हों आपां सिर्फ ते सिर्फ फील कर सकते हैं, यानी महसूस। जिवें पहली गल qualities and characteristics, गुण अते विशेषतावां, जिवें ब्यूटी, सुंदरता, काइंडनेस, आपां कह सकते हैं दयालता, विजडम, बुद्धि। दूजी गल इमोशंस एंड स्टेट्स ऑफ माइंड, जिन्हों आपां कह सकते हैं भी साडे किहो जे इमोशंस हैगे ने, साडे अंदर की चल रहा है, या मन दीयां स्थितियां, या साडा दिमाग किहड़ी हालत दे विच हैगा, गुस्से दे विच हैगा, खुशी दे विच हैगा, लव, हैप्पीनेस, एंगर, प्यार, खुशी, गुस्सा। तीजी गल कॉन्सैप्ट्स एंड आइडियाज, यानी कि संकल्प ते आपां कह सकते हैं विचार करन वालियां चीज़ां, जिवें जस्टिस, जिन्हों आपां कह सकते हैं भी किसी नूं न्याय देना, फ्रीडम, आज़ादी हो गई, ट्रुथ, सच्चाई, ये सारे कॉन्सैप्ट्स हैगे ने, आइडियाज हैगे ने जिन्हों आपां महसूस करते हैं, फील करते हैं। ईवेंट्स एंड प्रोसैसेस, जिवें घटनावां ते प्रतिक्रियावां, जिहदे विच प्रोग्रेस आ गई, जिन्हों आपां कह सकते हैं तरक्की करना, फ्राइडे आ गया, दिन आ गया, शुक्रवार, दिवाली आ गई, ये सारी जिहड़ी चीज़ां हैगियां ने जिन्हों ईवेंट्स आपां कहंदे आ, ये आ गए एब्सट्रैक्ट नाउन दे विच। कलैक्टिव नाउन दे बारे हुण आपां पढ़दे आ। कलैक्टिव तो याद रखियो कट्ठे होना है ना, उहनूं आपां कहीदा कलैक्टिव नाउन्स। तो आपां कह सकते हैं कलैक्टिव नाउन्स आर वर्ड्स दैट डिस्क्राइब अ ग्रुप ऑफ पीपल, एनिमल्स और थिंग्स। समूहिक ਜਿਹੜਾ ਆਪਾਂ ਗੱਲ ਕਰਦੇ ਹਾਂ ਜਿਹਦੇ ਵਿੱਚ ਬਹੁਤ ਸਾਰੇ ਲੋਕ ਆ ਜਾਂਦੇ ਨੇ, ਜਾਨਵਰ ਆ ਜਾਂਦੇ ਨੇ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਚੀਜ਼ਾਂ ਆ ਜਾਂਦੀਆਂ ਨੇ ਬਹੁਤ ਸਾਰੀਆਂ ਇੱਕ ਗਰੁੱਪ ਦੇ ਵਿੱਚ, ਉਹਨੂੰ ਆਪਾਂ ਕਲੈਕਟਿਵ ਨਾਉਨ ਕਹੀਦਾ। ਜਿਵੇਂ ਸਭ ਤੋਂ ਪਹਿਲਾ ਉਦਾਹਰਨ ਇੱਥੇ ਦਿੱਤਾ ਹੋਇਆ ਬੰਚ। ਬੰਚ ਯਾਨੀ ਕਿ ਗੁੱਛਾ, ਜਾਂ ਆਪਾਂ ਕਹਿ ਸਕਦੇ ਹਾਂ ਉਹਨੂੰ ਝੁੰਡ। ਜਿਵੇਂ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਬੰਚ ਆਫ ਫਲਾਵਰਸ, ਫਲਾਵਰਸ ਦਾ ਇੱਕ गुच्छा, ये हो गया साडे कोल कलैक्टिव नाउन। उवें ही एक होर एग्जाम्पल दिता है बेबी। बेबी का मतलब भी की हुंदा हैगा ग्रुप। ठीक है, जिवें अ बेबी ऑफ स्वैन्स, जेडे ये बत्तख वर्गियां हैगियां ने, इनू आपां कहंदे आ अ बेबी ऑफ स्वैन्स। उवें ही क्लास, ये भी बहुत सारे बच्चों का ग्रुप हो गया। कमेटी, ग्रुप। उस तो इलावा हैगा लिटर। ये लिटर जिहड़ा हैगा कलैक्टिव नाउन हैगा किटन्स दे लई। जद आपां किटन्स की गल करते हैं KITTENS, उन्हां लई आपां यूज करते हाँ लिटर। किटन्स हुंदे छोटे छोटे बिल्ली दे जिहड़े बच्चे हुंदे हैं। ठीक है बेटा, हुण आपां ये सीख लिया तीन चीज़ां, कंक्रीट, एब्सट्रैक्ट ते कलैक्टिव नाउन। जिवें इत्थे होर एग्जाम्पल दिते हुए ने, सम मोर एग्जाम्पल्स ऑफ कलैक्टिव नाउन्स। जिवें अ प्राइड ऑफ लाइन्स, जिहड़े लाइन्स दा ग्रुप हुंदा है, गुच्छा हुंदा है, या आपां कह सकते हैं गैंग हुंदा है, आपां उहनूं की कहीदा, प्राइड ऑफ लाइन्स। उवें ही
a mother of crows। कहਣ ਦਾ ਮਤਲਬ ਜਬ ਕਾਵਾਂ ਦਾ ਗਰੁੱਪ ਹੋ ਜਾਂਦਾ ਹੈਗਾ ਉਹਨੂੰ ਆਪਾਂ ਕੀ ਕਹੀਦਾ, ਗਰੁੱਪ ਨਹੀਂ ਕਹੀਦਾ, ਉਹਨੂੰ ਆਪਾਂ ਕਹੀਦਾ mother of crows। But sometimes people also make up funny or clever new ones such as, ਪਰ ਕਈ ਵਾਰ ਜਿਹੜੇ ਲੋਕ ਹੈਗੇ ਨੇ ਉਹ ਕੁਝ ਫਨੀ ਚੀਜ਼ਾਂ ਵੀ ਕੱਢ ਲੈਂਦੇ ਆ, ਜਿਵੇਂ ਕਈ ਵਾਰ ਕਿਹਾ ਜਾਂਦਾ ਹੈ a shoal of fish। ਜਿਹੜਾ ਫਿਸ਼ ਦਾ ਗਰੁੱਪ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਹੈ ਸ਼ੋਲ, ਜਿਹਦੇ ਵਿੱਚ ਮੱਛਲੀਆਂ ਇਕੱਠੀਆਂ ਤੁਰਦੀਆਂ ਨੇ, ਸਵਿਮ ਕਰਦੀਆਂ ਨੇ, ਇਕੱਠੀਆਂ ਖਾਂਦੀਆਂ ਨੇ, ਉਹਨੂੰ ਸ਼ੋਲ ਕਿਹਾ ਜਾਂਦਾ ਹੈ। ਜਾਂ ਫਿਰ ਅ ਫੋਰੈਸਟ ਆਫ ਬੁੱਕਸ, ਜਿਹਨੂੰ ਆਪਾਂ ਕਹਿ ਸਕਦੇ ਹਾਂ ਗਰੁੱਪਸ ਦਾ ਇੱਕ ਬੰਡਲ, ਜਾਂ ਬਹੁਤ ਸਾਰੀਆਂ ਬੁੱਕਸ ਜਦ ਇਕੱਠੀਆਂ ਹੋਣ ਉਹਨੂੰ ਆਪਾਂ ਕਹਿ ਸਕਦੇ ਹਾਂ ਫੋਰੈਸਟ ਆਫ ਬੁੱਕਸ। ਹੁਣ ਹੈਗੀ ਐਕਟੀਵਿਟੀ 6, ਰੀਡ ਦ ਸੈਂਟੈਂਸਸ ਬਿਲੋ। ਥੱਲੇ ਜਿਹੜੇ ਵਾਕ ਦਿੱਤੇ ਹੋਏ ਨੇ ਉਹਨਾਂ ਨੂੰ ਆਪਾਂ ਪੜ੍ਹਨਾ ਹੈ ਐਂਡ ਅੰਡਰਲਾਈਨ ਦ ਕੰਕਰੀਟ ਨਾਊਨਸ। ਕੰਕਰੀਟ ਨਾਊਨਸ ਨੂੰ ਆਪਾਂ ਅੰਡਰਲਾਈਨ ਕਰਨਾ ਹੈ, ਜਿਵੇਂ ਇੱਥੇ ਮੈਂ ਕੀਤਾ ਹੈਗਾ। ਐਂਡ ਇਨਸਰਕਲ ਦੀ ਐਬਸਟਰੈਕਟ ਨਾਊਨ, ਤੇ ਜਿਹੜੇ ਐਬਸਟਰੈਕਟ ਨਾਊਨ ਨੇ ਜਿਨ੍ਹਾਂ ਨੂੰ ਆਪਾਂ ਫੀਲ ਕਰ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਉਹਨਾਂ ਨੂੰ ਆਪਾਂ ਗੋਲਾ ਮਾਰਨਾ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ I felt pain when the surgeon put stitches on my arm। ਮੈਨੂੰ ਦਰਦ ਹੋਇਆ ਜਦੋਂ ਸਰਜਨ ਨੇ, ਜਿਹੜਾ ਡਾਕਟਰ ਸੀ, ਉਹਨੇ ਮੇਰੇ ਬਾਂਹ ਤੇ ਟਾਂਕੇ ਲਾਏ। ਹੁਣ ਪੇਨ ਮਹਿਸੂਸ ਹੋਇਆ, ਤੁਹਾਨੂੰ ਫੀਲ ਹੋਇਆ, ਇਹ ਹੋ ਗਿਆ ਐਬਸਟਰੈਕਟ ਨਾਊਨ। ਸਰਜਨ ਜਿਹਨੂੰ ਤੁਸੀਂ ਦੇਖ ਸਕਦੇ ਹੋ, ਟੱਚ ਕਰ ਸਕਦੇ ਹੋ, ਇਹ ਹੋ ਗਿਆ ਸਾਡੇ ਕੋਲ ਕੰਕਰੀਟ ਨਾਊਨ, ਮੈਂ ਅੰਡਰਲਾਈਨ ਕਰਤਾ। ਸਟਿਚਸ ਵੀ ਦੇਖ ਸਕਦੇ ਹੋ ਤੁਸੀਂ, ਟੱਚ ਕਰ ਸਕਦੇ ਹੋ। ਆਰਮ ਨੂੰ, ਬਾਂਹ ਨੂੰ ਵੀ ਦੇਖ ਸਕਦੇ ਹੋ, ਟੱਚ ਕਰ ਸਕਦੇ ਹੋ, ਉਹ ਹੋ ਗਿਆ ਸਾਡੇ ਕੋਲ ਕੰਕਰੀਟ ਨਾਊਨ। ਉਵੇਂ ਹੀ ਸੈਕਿੰਡ ਸੈਂਟੈਂਸ, I fell in love with that little puppy। ਮੈਨੂੰ ਉਸ ਛੋਟੇ ਜਿਹੇ ਕੁੱਤੇ ਦੇ ਨਾਲ ਪਿਆਰ ਹੋ ਗਿਆ। ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਲਵ ਜਿਹੜਾ ਹੈਗਾ ਇਹ ਆ ਗਿਆ ਸਾਡੇ ਕੋਲ ਐਬਸਟਰੈਕਟ ਨਾਊਨ। ਉਸ ਤੋਂ ਇਲਾਵਾ ਜਿਹੜਾ ਪਪੀ ਹੈਗਾ ਉਹ ਹੋ ਗਿਆ ਸਾਡੇ ਕੋਲ ਕੰਕਰੀਟ ਨਾਊਨ। ਤੀਜਾ, ਆਫਟਰ ਲੰਚ ਸੀਮਾ ਵੈਂਟ ਟੂ ਦ ਮਾਰਕੀਟ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਸੀਮਾ ਬਾਜ਼ਾਰ ਚਲੇ ਗਈ। ਇਹਦੇ ਵਿੱਚ ਜਿਹੜਾ ਲੰਚ ਹੈਗਾ ਉਹ ਆ ਗਿਆ ਸਾਡੇ ਕੋਲ ਕੰਕਰੀਟ ਨਾਊਨ, ਅੰਡਰਲਾਈਨ ਕਰਨਾ ਹੈ ਨਾ। ਸੀਮਾ ਵੀ ਕੰਕਰੀਟ ਨਾਊਨ ਤੇ ਮਾਰਕੀਟ ਵੀ ਕੰਕਰੀਟ ਨਾਊਨ। ਚੌਥਾ, ਮਾਈ ਮਮ ਵਿਲ ਪਿਕ ਮੀ ਅਪ ਫਰਮ ਸਕੂਲ ਐਵਰੀ ਡੇ। ਮੇਰੇ ਮਾਤਾ ਜੀ ਮੈਨੂੰ ਹਰ ਰੋਜ਼ ਸਕੂਲ ਤੋਂ ਲੈਣ ਜਾਣਗੇ ਜਾਂ ਲੈ ਕੇ ਆਣਗੇ। ਤੇ ਇਹਦੇ ਵਿੱਚ ਮਮ ਜਿਹੜਾ ਹੈਗਾ ਕੰਕਰੀਟ ਨਾਊਨ, ਸਕੂਲ ਵੀ ਕੰਕਰੀਟ ਨਾਊਨ ਹੋ ਗਿਆ, ਤੇ ਇੱਥੇ ਆਪਾਂ ਕਹਿ ਸਕਦੇ ਹਾਂ ਐਵਰੀ ਡੇ ਜਿਹੜਾ ਹੈਗਾ ਉਹ ਜਿਹਨੂੰ ਆਪਾਂ ਟੱਚ ਨਹੀਂ ਕਰ ਸਕਦੇ, ਦੇਖ ਨਹੀਂ ਸਕਦੇ, ਕੀ ਮੈਂ ਕਹਿ ਸਕਦੀ ਹਾਂ, ਇਹ ਹੋ ਗਿਆ ਸਾਡੇ ਕੋਲ ਐਬਸਟਰੈਕਟ ਨਾਊਨ। ਉਵੇਂ ਹੀ ਦ ਕਿਟਨ ਜੰਪਡ ਅਪਨ ਦ ਟੇਬਲ ਐਂਡ ਏਟ ਦ ਕੇਕ। ਜਿਹੜੀ ਬਿੱਲੀ ਦਾ ਬੱਚਾ ਸੀ ਉਹਨੇ ਮੇਜ਼ ਤੇ ਛਾਲ ਮਾਰ ਕੇ ਕੇਕ ਜਿਹੜਾ ਹੈ ਉਹ ਖਾ ਲਿਆ। ਇਹਦੇ ਵਿੱਚ ਕਿਟਨ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ, ਇਹ ਹੋ ਗਿਆ ਕੰਕਰੀਟ ਨਾਊਨ। ਟੇਬਲ ਵੀ ਕੰਕਰੀਟ ਨਾਊਨ ਤੇ ਕੇਕ ਵੀ ਕੰਕਰੀਟ ਨਾਊਨ। ਅੱਗੇ ਚੱਲਦੇ ਹਾਂ। ਸਾਨਿਆਸ ਚਾਈਲਡਹੁੱਡ ਵਾਜ਼ ਪੇਨਫੁਲ। ਸਾਨਿਆ ਦਾ ਬਚਪਨ ਦਰਦਨਾਕ ਸੀ। ਇਹਦੇ ਵਿੱਚ ਸਾਨਿਆ ਕੰਕਰੀਟ ਹੋ ਗਿਆ। ਚਾਈਲਡਹੁੱਡ ਜਿਹਨੂੰ ਆਪਾਂ ਦੇਖ ਨਹੀਂ ਸਕਦੇ, ਸਿਰਫ ਮਹਿਸੂਸ ਕਰ ਸਕਦੇ ਹਾਂ, ਸਮਝ ਸਕਦੇ ਹਾਂ, ਉਹ ਇੱਕ ਇਵੈਂਟ ਸੀ, ਆਪਾਂ ਕਹਿ ਸਕਦੇ ਹਾਂ ਇੱਕ ਯਾਦ ਸੀ, ਉਹ ਜਿਹੜਾ ਹੈ ਸਾਡੇ ਕੋਲ ਆ ਗਿਆ ਐਬਸਟਰੈਕਟ ਨਾਊਨ। ਉਵੇਂ ਹੀ ਜਿਹੜਾ ਪੇਨਫੁਲ ਹੈਗਾ ਦਰਦ, ਉਹ ਵੀ ਐਬਸਟਰੈਕਟ ਨਾਊਨ। 7th, I have full trust in my maid। ਯਾਨੀ ਮੈਨੂੰ ਆਪਣੇ ਜਿਹੜੇ ਕੰਮ ਕਰਦੇ ਨੇ ਘਰੇ ਨੌਕਰ, ਉਹਦੇ ਤੇ ਪੂਰਾ ਭਰੋਸਾ ਹੈਗਾ। ਤੇ ਇਹਦੇ ਵਿੱਚ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਹੜਾ ਟਰਸਟ ਹੈ, ਭਰੋਸਾ, ਇਹ ਆ ਗਿਆ ਐਬਸਟਰੈਕਟ ਨਾਊਨ ਤੇ ਮੇਡ ਆ ਗਿਆ ਕੰਕਰੀਟ ਨਾਊਨ। She is planting flowers in the garden। ਉਹ ਬਾਗ ਦੇ ਵਿੱਚ ਫੁੱਲ ਲਗਾ ਰਹੀ ਹੈ। ਤੇ ਇਸ ਸੈਂਟੈਂਸ ਦੇ ਵਿੱਚ ਜਿਹੜੇ ਫਲਾਵਰਸ ਹੈਗੇ ਨੇ ਕੰਕਰੀਟ ਆ ਗਿਆ, ਜਿਹੜਾ ਗਾਰਡਨ ਹੈਗਾ ਕੰਕਰੀਟ ਆ ਗਿਆ। That girl is very beautiful। ਉਹ ਕੁੜੀ ਬਹੁਤ ਸੋਹਣੀ ਹੈਗੀ ਹੈ। ਗਰਲ ਕੰਕਰੀਟ, ਬਿਊਟੀਫੁਲ ਐਬਸਟਰੈਕਟ, ਕਿਉਂਕਿ ਇਹਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ, ਸੋਚ ਸਕਦੇ ਹਾਂ। A dog is a loyal animal। ਕੁੱਤਾ ਇੱਕ ਬਹੁਤ ਵਫਾਦਾਰ ਜਾਨਵਰ ਹੈਗਾ। ਡੌਗ ਆ ਗਿਆ ਕੰਕਰੀਟ ਤੇ ਆਪਾਂ ਕਹਿ ਸਕਦੇ ਹਾਂ ਐਨੀਮਲ ਵੀ ਕੰਕਰੀਟ ਆ ਗਿਆ। ਉਵੇਂ ਹੀ ਸਾਨੂੰ ਐਕਟੀਵਿਟੀ ਦਿੱਤੀ ਹੋਈ ਹੈ 7। ਗਿਵਨ ਬਿਲੋ ਆਰ 2 ਬਾਕਸਿਸ। ਥੱਲੇ 2 ਬਕਸੇ ਜੇ ਬਣਾਏ ਹੋਏ ਨੇ।
ਮੈਚ ਦ ਵਰਡਸ ਇਨ ਬਾਕਸ 1। ਇਸ ਬਾਕਸ ਤੋਂ ਆਪਾਂ ਕਲੈਕਟਿਵ ਨਾउन ਦੇ ਨਾਲ ਉਹਨਾਂ ਦੇ ਜਿਹੜੇ ਡੱਬੇ ਦੂਜੇ 'ਚ ਦਿੱਤੇ ਹੋਏ ਨੇ ਉਹਦੇ ਨਾਲ ਮੈਚ ਕਰਨਾ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਮੈਂ ਇਹਦਾ ਜਿਹੜਾ ਆਨਸਰ ਹੈਗਾ ਇਹ ਮੈਂ ਸਾਈਡ ਤੇ ਲਿਖ ਦਿੰਦੀ ਹਾਂ ਤਾਂ ਕਿ ਤੁਹਾਨੂੰ ਸਮਝ ਆ ਜਾਏ ਕਿਹਦੇ ਨਾਲ ਕਿਹੜੀ ਚੀਜ਼ ਮੈਚ ਹੋਏਗੀ। ਆਪਾਂ ਐਵੇਂ ਕਰਕੇ ਨਹੀਂ ਮੈਚ ਕਰ ਸਕਦੇ, ਠੀਕ ਹੈ। ਜਿਵੇਂ ਪਹਿਲਾ ਹੈਗਾ ਐਨ ਆਰਮੀ ਆਫ ਫਰੌਗਸ। ਫਰੌਗਸ ਦੇ ਗਰੁੱਪ ਨੂੰ ਆਪਾਂ ਕਹੀਦਾ ਆਰਮੀ। A colony of rabbits. 3. A herd of cattle. A litter of puppies. A bouquet of flowers. 6. A deck of cards. 7. A launch of lizards. 8. A range of mountains. 9. A bunch of grapes. 10. A fleet of ships. 11. A pack of wolves. 12. A school of fish. Fish ਦੇ group ਨੂੰ ਕਹੀਦਾ school. 13. A company of actors. 14. A flock of birds. 15. A swarm of bees. 16. A pride of lions. Lions ਦੇ group ਨੂੰ, ਸ਼ੇਰਾਂ ਦੇ ਝੁੰਡ ਨੂੰ ਆਪਾਂ ਕਹੀਦਾ pride। ਅੱਗੇ ਚੱਲਦੇ ਹਾਂ ਹੁਣ ਆਪਾਂ ਲਰਨਿੰਗ ਟੂ ਲਿਸਨ, ਯਾਨੀ ਆਪਾਂ ਸੁਣਨ ਦੀ ਜਿਵੇਂ ਕੋਸ਼ਿਸ਼ ਕਰਾਂਗੇ ਕਿਵੇਂ ਆਪਾਂ ਸੁਣ ਸਕਦੇ ਹਾਂ ਵਧੀਆ ਤਰੀਕੇ ਦੇ ਨਾਲ, ਉਹ ਆਪਾਂ ਇਹਦੇ ਵਿੱਚ ਦੇਖਾਂਗੇ। ਐਕਟੀਵਿਟੀ 8, ਦ ਟੀਚਰ ਵਿਲ ਰੀਡ ਅ ਸਟੋਰੀ ਟਵਾਈਸ। ਜਿਹੜੇ ਅਧਿਆਪਕ ਨੇ ਉਹ ਕਿਸੇ ਕਹਾਣੀ ਨੂੰ 2 ਵਾਰ ਪੜ੍ਹਨਗੇ। You must number the sentences given below as the events happen in the story। ਥੱਲੇ ਕੁਝ ਵਾਕ ਦਿੱਤੇ ਹੋਏ ਨੇ, ਕਿਹੜੀ ਘਟਨਾ ਪਹਿਲਾਂ ਹੋਈ ਉੱਦਾਂ ਉਸ ਹਿਸਾਬ ਨਾਲ ਆਪਾਂ ਨੰਬਰ ਦੇਣੇ ਨੇ। You will mark the sequence in the space given after each sentence। ਹੁਣ ਜਿਵੇਂ ਇੱਥੇ ਪਹਿਲਾ ਆ ਗਿਆ, ਇੱਥੇ ਦੂਜਾ, ਤੀਜਾ, ਐਵੇਂ ਕਰਕੇ ਨਾ ਜਿਹੜੀ ਇੱਥੇ ਥਾਂ ਦਿੱਤੀ ਹੋਈ ਹੈ ਉਵੇਂ ਆਪਾਂ ਮਾਰਕ ਕਰਨਾ ਹੈ। ਨੰਬਰ 1 has been done for you। ਜਿਹੜਾ 1 ਨੰਬਰ ਹੈਗਾ ਉਹ ਦਿੱਤਾ ਹੋਇਆ ਇੱਥੇ, ਦੇਖੀਏ ਆ ਦੇਖੋ ਇਹ ਜਿਹੜਾ ਹੈ ਇਹ 1 ਨੰਬਰ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ ਕਹਾਣੀ ਦਾ ਦੂਜਾ ਨੰਬਰ। ਪਹਿਲਾ ਨੰਬਰ ਹੈਗਾ ਇੱਥੇ, once 2 brothers Ram and Shyam were fighting over the ownership of a mango tree। ਇੱਕ ਵਾਰ 2 ਭਰਾ ਰਾਮ ਤੇ ਸ਼ਾਮ ਇੱਕ ਅੰਬ ਦੇ ਰੁੱਖ ਦੀ ਮਲਕੀਅਤ ਕਿਹਦੇ ਕੋਲ ਹੈਗੀ ਹੈ ਉਸ ਨੂੰ ਲੈ ਕੇ ਲੜ ਰਹੇ ਸਨ। ਇਹ ਤੋਂ ਬਾਅਦ ਦੂਜਾ ਨੰਬਰ ਜਿਹੜਾ ਹੈ ਕਹਾਣੀ ਦਾ ਉਹ ਆਏਗਾ ਇੱਥੇ। Ram said that the mango tree was his while Shyam said that he owned it। ਰਾਮ ਨੇ ਕਿਹਾ ਵੀ ਅੰਬ ਦਾ ਰੁੱਖ ਉਸਦਾ ਹੈ ਜਦਕਿ ਸ਼ਾਮ ਨੇ ਕਿਹਾ ਕਿ ਇਹ ਉਸਦਾ ਰੁੱਖ ਹੈਗਾ ਤੇ ਸ਼ਾਮ ਕਹਿੰਦਾ ਵੀ ਮੈਂ ਮਾਲਕ ਹੈਗਾ। ਉਸ ਤੋਂ ਬਾਅਦ ਤੀਜਾ ਨੰਬਰ ਜਿਹੜਾ ਹੈਗਾ ਉਹ ਸਾਡੇ ਕੋਲ ਆ ਜਾਏਗਾ ਇੱਥੇ। Unable to find a way out, they decided to ask Birbal for help। ਕੋਈ ਰਸਤਾ ਨਾ ਲੱਭਣ ਕਰਕੇ ਅਖੀਰਕਾਰ ਉਹਨਾਂ ਨੇ ਸੋਚਿਆ ਵੀ ਮਦਦ ਦੇ ਲਈ ਉਹ ਬੀਰਬਲ ਕੋਲ ਜਾਣਗੇ। ਚੌਥਾ, ਬੀਰਬਲ ਅੰਡਰਸਟੂਡ ਦ ਸਿਚੁਏਸ਼ਨ। ਬੀਰਬਲ ਨੂੰ ਗੱਲ ਦੀ ਸਮਝ ਲੱਗ ਗਈ ਸੀ। ਪੰਜਵਾਂ ਸੈਂਟੈਂਸ ਆਪਣਾ ਆ ਜਾਏਗਾ ਇਹ ਇੱਥੇ। He told the brothers to remove all the mangoes, share them between the 2 brothers and then cut the tree into 2 equal halves। ਤੇ ਉਸਨੇ ਭਰਾਵਾਂ ਨੂੰ ਕਿਹਾ ਕਿ ਸਾਰੇ ਅੰਬ ਕੱਢ ਲਓ ਰੁੱਖ ਦੇ ਤੇ ਦੋਵੇਂ ਭਰਾ ਦੇ ਵਿੱਚ ਵੰਡ ਹੋ ਜਾਏਗੀ। ਫਿਰ ਜਿਹੜਾ ਦਰਖਤ ਹੈਗਾ ਉਸ ਨੂੰ ਵੀ 2 ਬਰਾਬਰ ਹਿੱਸਿਆਂ ਦੇ ਵਿੱਚ ਤੁਸੀਂ ਵੰਡ ਸਕਦੇ ਹੋ। ਇਸ ਤੋਂ ਬਾਅਦ ਜਿਹੜਾ 6ਵਾਂ ਸੈਂਟੈਂਸ ਆਏਗਾ ਉਹ ਆ ਜਾਏਗਾ ਸਾਡੇ ਕੋਲ ਇੱਥੇ। Upon hearing Birbal, Ram nodded and said he agreed to the suggestion। Birbal ਨੇ ਜੋ ਵੀ ਗੱਲ ਕਹੀ ਸੀ ਉਹ ਸੁਣਨ ਤੋਂ ਬਾਅਦ ਰਾਮ ਨੇ ਆਪਣਾ ਸਿਰ ਹਿਲਾਇਆ ਤੇ ਕਿਹਾ ਵੀ ਠੀਕ ਹੈ, ਮੈਨੂੰ ਇਹ ਸੁਝਾਅ ਜਿਹੜਾ ਹੈ ਮੈਨੂੰ ਵਧੀਆ ਲੱਗਿਆ, ਮੈਂ ਇਸ ਹਿਸਾਬ ਨਾਲ ਕੰਮ ਕਰ ਸਕਦਾ। ਉਸ ਤੋਂ ਬਾਅਦ ਆ ਗਿਆ 7th। Birbal found out who the real owner of the tree was। ਇਹ ਗੱਲ ਸੁਣਦੇ ਹੀ ਬੀਰਬਲ ਨੂੰ ਸਮਝ ਆ ਗਿਆ ਸੀ ਵੀ ਰੁੱਖ ਦਾ ਅਸਲੀ ਮਾਲਕ ਕੌਣ ਹੈ। However, Shyam pled not to cut the tree for he had nurtured it for 3 whole years। ਇੱਥੇ ਜਿਹੜਾ ਸ਼ਾਮ ਸੀ ਉਹਨੇ ਦਰਖਤ ਨਾ ਕੱਟਣ ਦੀ ਬੇਨਤੀ ਕੀਤੀ, ਦਰਖਾਸਤ ਕੀਤੀ, ਕਿਉਂਕਿ ਉਸਨੇ ਪੂਰੇ 3 ਸਾਲਾਂ ਤੱਕ ਇਸ ਦਰਖਤ ਦਾ ਪਾਲਣ ਪੋਸ਼ਣ ਜਿਹੜਾ ਸੀ ਉਹ ਕੀਤਾ ਸੀ। ਉਸ ਤੋਂ ਬਾਅਦ ਆ ਗਿਆ ਜੀ ਸਾਡਾ 8ਵਾਂ ਸੈਂਟੈਂਸ ਜੋ ਕਿ ਆ ਜਾਏਗਾ ਇੱਥੇ। He said
The tree belongs to Sham because the very thought of cutting it down troubled him. ਇਹ ਗੱਲ ਸੁਣ ਕੇ ਸ਼ਾਮ ਦੀ ਜਿਹੜੇ ਬੀਰਬਲ ਸੀ ਉਹਨਾਂ ਨੇ ਕਿਹਾ ਵੀ ਜਿਹੜਾ ਦਰਖਤ ਹੈਗਾ ਉਹ ਸ਼ਾਮ ਦਾ ਹੈਗਾ ਕਿਉਂਕਿ ਜਦ ਦਰਖਤ ਨੂੰ ਵੱਢਣ ਦੀ ਕੱਟਣ ਦੀ ਗੱਲ ਆਈ ਤਾਂ ਸਭ ਤੋਂ ਜ਼ਿਆਦਾ ਦਰਦ ਉਹਨੂੰ ਹੀ ਹੋਇਆ ਇਹ ਗੱਲ ਸੁਣ ਕੇ, ਜਦਕਿ ਰਾਮ ਤੇ ਤਾਂ ਕੋਈ ਅਸਰ ਹੀ ਨਹੀਂ ਹੋਇਆ ਸੀ। ਉਸ ਤੋਂ ਬਾਅਦ ਇਹ ਆ ਗਿਆ 9th, someone who has cared for it for 3 years won't cut it down। ਜਿਸ ਵਿਅਕਤੀ ਨੇ 3 ਸਾਲਾਂ ਤੋਂ ਇਸ ਦਰਖਤ ਦੀ ਦੇਖਭਾਲ ਕੀਤੀ ਉਹ ਇਸ ਨੂੰ ਏਦਾਂ ਸੌਖੇ ਤਰੀਕੇ ਦੇ ਨਾਲ ਕੱਟਣ ਲਈ ਨਹੀਂ ਮੰਨੂਗਾ। ਠੀਕ ਹੈ ਬੇਟਾ, ਅੱਗੇ ਚੱਲਦੇ ਹਾਂ। ਲਰਨਿੰਗ ਟੂ ਸਪੀਕ, ਆਪਾਂ ਦੇਖਦੇ ਹਾਂ ਵੀ ਇਹ ਵਰਡਸ ਜਿਹੜੇ ਹੈਗੇ ਨੇ ਆਪਾਂ ਕਿਵੇਂ ਬੋਲ ਸਕਦੇ ਹਾਂ। ਲੁੱਕ ਐਟ ਦ ਵਰਡਸ ਗਿਵਨ ਬਿਲੋ, ਇੱਥੇ ਕੁਝ ਵਰਡਸ ਦਿੱਤੇ ਹੋਏ ਨੇ। ਦੇ ਆਰ ਕਾਮਨਲੀ ਮਿਸਪ੍ਰੋਨਾਊਂਸਡ, ਅਕਸਰ ਇਹਨਾਂ ਨੂੰ ਗਲਤ ਤਰੀਕੇ ਦੇ ਨਾਲ ਬੋਲਿਆ ਜਾਂਦਾ ਹੈ। ਲਰਨ ਟੂ ਪ੍ਰੋਨਾਊਂਸ them well, ਆਪਾਂ ਸਿੱਖਦੇ ਹਾਂ ਵੀ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਆਪਾਂ ਕਿਵੇਂ ਬੋਲ ਸਕਦੇ ਹਾਂ। ਰਿਪੀਟ ਦ ਵਰਡਸ ਆਫਟਰ ਯੋਰ ਟੀਚਰਸ, ਤੁਹਾਡੇ ਟੀਚਰ ਜਿਹੜੇ ਹੈਗੇ ਨੇ ਉਹ ਇਸ ਵਰਡ ਨੂੰ ਬੋਲਣਗੇ, ਤੁਸੀਂ ਉਹਨਾਂ ਪਿੱਛੇ ਦੁਹਰਾਉਣਾ ਹੈਗਾ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ clothes, 2 monkey, 3 picture, 4 berry, 5 dengue, 6 donkey, 7 village, 8 heart, 9 tomb, 10 Wednesday, 11 women, 12 develop, 13 plumber, 14 truth, 15 coupon। ਹੁਣ ਮੈਂ ਇਹਨਾਂ ਦਾ ਮਤਲਬ ਵੀ ਦੱਸ ਦਿੰਦੀ ਹਾਂ ਤੁਹਾਨੂੰ। ਪਹਿਲਾ ਹੈਗਾ clothes, ਇਹਦਾ ਮਤਲਬ ਹੁੰਦਾ ਹੈ ਕੱਪੜੇ। ਦੂਜਾ monkey ਮਤਲਬ ਬਾਂਦਰ। 3 picture ਤਸਵੀਰ। 4th berry ਦਫਨਾਨਾ। 5th dengue एक बीमारी ਹੁੰਦੀ ਹੈ। 6 donkey गधा। 7 village गांव पिंड। 8 heart यानी दिल। 9 tomb ਕਿਸੇ ਦੀ ਕਬਰ। 10 Wednesday। 11th women औरत। 12 develop ਵਿਕਾਸ ਕਰਨਾ। 13 plumber ਜਿਹੜੇ ਟੂਟੀਆਂ ਦਾ ਕੰਮ ਕਰਦੇ ਨੇ। 14 truth ਸੱਚ। 15 coupon यानी कि ਆਪਾਂ ਕਹਿ ਸਕਦੇ ਹਾਂ ਕਿਸੇ ਚੀਜ਼ ਦੀ ਟਿਕਟ, ਉਹ ਵੀ ਕੂਪਨ ਹੁੰਦਾ। ਅੱਗੇ ਹੈਗਾ ਲਰਨਿੰਗ ਟੂ ਰਾਈਟ ਸਿੱਖਾਂਗੇ। ਲੁੱਕ ਐਟ ਦ ਪਿਕਚਰ ਗਿਵਨ ਬਿਲੋ, ਇਸ ਤਸਵੀਰ ਨੂੰ ਦੇਖੋ। ਡਿਸਕ੍ਰਾਈਬ ਦ ਪਿਕਚਰ ਇਨ ਯੋਰ ਓਨ ਵਰਡਸ ਇਨ ਦ ਗਿਵਨ ਸਪੇਸ, ਇੱਥੇ ਥਾਂ ਦਿੱਤੀ ਹੋਈ ਹੈ, ਉਹਦੇ ਵਿੱਚ ਆਪਾਂ ਇਹਨੂੰ ਡਿਸਕ੍ਰਾਈਬ ਕਰਨਾ, ਸਮਝਾਉਣਾ ਹੈ ਵੀ ਕੀ ਹੈਗਾ ਇਹਦੇ ਵਿੱਚ, ਆਪਾਂ ਨੂੰ ਕੀ ਸਮਝ ਆ ਰਿਹਾ, ਵੀ ਆਪਾਂ ਕਿਸੇ ਹੋਰ ਨੂੰ ਕਿਵੇਂ ਸਮਝਾ ਸਕਦੇ ਹਾਂ। You can use the following words to describe the picture। ਇਹ ਜਿਹੜੇ words ਦਿੱਤੇ ਹੋਏ ਨੇ, ਸ਼ਬਦ ਦਿੱਤੇ ਹੋਏ ਨੇ, ਤੁਸੀਂ ਇਹਨਾਂ ਦਾ ਇਸਤੇਮਾਲ ਕਰ ਸਕਦੇ ਹੋ ਤਸਵੀਰ ਨੂੰ ਸਮਝਾਉਣ ਦੇ ਲਈ। ਕਿਹੜੇ ਕਿਹੜੇ words ਨੇ? ਪਾਰਕ ਜਿਹਨੂੰ ਆਪਾਂ ਗਰਾਊਂਡ ਕਹਿ ਸਕਦੇ ਹਾਂ। ਚਿਲਡਰਨ ਬੱਚੇ। ਪਲੇਇੰਗ ਖੇਡਣਾ। ਟਰੀਜ਼ ਰੁੱਖ। ਗ੍ਰੀਨ ਹਰੇ। ਸਲਾਈਡਸ ਆ ਜਿਹੜੇ ਝੂਲੇ ਹੈਗੇ ਨੇ। ਸੀਸੋ ਇਹਨੂੰ ਕਹੀਦਾ। ਕਲਾਉਡਸ ਆਰੇ ਬਾਦਲ। ਸਕਾਈ ਆਸਮਾਨ। ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ। ਦਿਸ ਇਜ਼ ਅ ਲਵਲੀ ਪਾਰਕ, ਇਹ ਇੱਕ ਬਹੁਤ ਸੁੰਦਰ ਪਾਰਕ ਹੈਗਾ। There are 2 tall trees with green leaves, ਇੱਥੇ ਹਰੇ ਪੱਤਿਆਂ ਵਾਲੇ 2 ਉੱਚੇ ਰੁੱਖ ਹੈਗੇ ਨੇ। Near them there are some little plants and small trees, ਤੇ ਉਹਨਾਂ ਵੱਡੇ ਰੁੱਖਾਂ ਦੇ ਨੇੜੇ ਹੀ ਕੁਝ ਛੋਟੇ ਪੌਦੇ ਨੇ, ਛੋਟੇ ਰੁੱਖ ਹਨ। Many children come here, ਇੱਥੇ ਬਹੁਤ ਸਾਰੇ ਬੱਚੇ ਆਉਂਦੇ ਨੇ। They are having fun in their own way, ਤੇ ਉਹ ਆਪਣੇ ਤਰੀਕੇ ਦੇ ਨਾਲ ਮਸਤੀ ਕਰ ਰਹੇ ਨੇ। Some are playing, ਕੁਝ ਖੇਡ ਰਹੇ ਨੇ। A child is walking with his father, ਇੱਕ ਬੱਚਾ ਆਪਣੇ ਪਿਤਾ ਨਾਲ ਆ ਦੇਖੋ ਸੈਰ ਵੀ ਕਰ ਰਿਹਾ ਹੈ। 2 girls are going up and down on a seesaw, 2 ਜਿਹੜੀਆਂ ਕੁੜੀਆਂ ਨੇ ਉਹ seesaw ਦੇ ਉੱਤੇ, ਕੋਈ ਉੱਤੇ ਜਾ ਰਹੀ ਹੈ, ਕੋਈ ਥੱਲੇ ਜਾ ਰਹੀ ਹੈ। ਉਸ ਤੋਂ ਇਲਾਵਾ ਆਪਾਂ ਲਿਖ ਸਕਦੇ ਹਾਂ some boys are enjoying themselves on slides, ਕੁਝ ਮੁੰਡੇ ਜਿਹੜੇ ਹੈਗੇ ਨੇ ਆ ਦੇਖੋ ਸਲਾਈਡਸ ਤੇ ਇੱਥੇ ਆਪਣੀ ਮਜ਼ੇ ਲੈ ਰਹੇ ਨੇ। The weather is fine, ਮੌਸਮ ਠੀਕ ਹੈ। Some clouds are sailing in the sky, ਆਸਮਾਨ ਵਿੱਚ ਕੁਝ ਬੱਦਲ ਜਿਹੜੇ ਹੈਗੇ ਨੇ ਉਹ ਛਾਏ ਹੋਏ ਨੇ। The scene is lively and fresh, ਜਿਹੜਾ ਦ੍ਰਿਸ਼ ਹੈਗਾ ਉਹ ਬਹੁਤ ਤਾਜ਼ਾ ਹੈਗਾ
ਤੇ ਬਹੁਤ ਜਿਉਂਦਾ ਜਾਗਦਾ ਇੱਕ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਵੀ ਬੱਚੇ ਖੇਡ ਰਹੇ ਨੇ। ਅੱਗੇ ਲਰਨਿੰਗ ਟੂ ਯੂਜ਼ ਲੈਂਗੁਏਜ। ਲੈਂਗੁਏਜ ਆਪਾਂ ਕਿਵੇਂ ਇਸਤੇਮਾਲ ਕਰ ਸਕਦੇ ਹਾਂ, ਜਿਵੇਂ ਆਪਾਂ ਕਿਸੇ ਨੂੰ ਡਾਇਰੈਕਸ਼ਨਸ ਦੇਣੀਆਂ ਨੇ, ਹੈ ਨਾ, ਜਾਂ ਦਿਸ਼ਾ ਨਿਰਦੇਸ਼ ਦੇਣੇ ਨੇ, ਇੱਧਰ ਜਾਣਾ, ਉਹ ਕਿਵੇਂ ਬੋਲੀਦਾ। ਰੀਡ ਦ ਫੋਲੋਇੰਗ ਫਰੇਜ਼ਸ। ਇੱਥੇ ਜਿਹੜੀਆਂ ਗੱਲਾਂ ਦੱਸੀਆਂ ਹੋਈਆਂ ਨੇ ਉਹ ਪੜ੍ਹਦੇ ਹਾਂ। ਪਹਿਲੀ ਗੱਲ, ਗੋ ਸਟ੍ਰੇਟ ਯਾਨੀ ਕਿ ਸਿੱਧਾ ਜਾਓ, ਆਪਾਂ ਇਹ ਵਰਤ ਸਕਦੇ ਹਾਂ। ਟੇਕ ਅ ਰਾਈਟ ਜਾਂ ਲੈਫਟ ਟਰਨ, ਸੱਜੇ ਪਾਸੇ ਮੁੜੋ, ਖੱਬੇ ਪਾਸੇ ਮੁੜੋ। ਟਰਨ ਲੈਫਟ ਜਾਂ ਰਾਈਟ, ਖੱਬੇ ਮੁੜੋ, ਸੱਜੇ ਮੁੜੋ। ਗੋ ਅਲੋਂਗ ਦ ਰੋਡ ਯਾਨੀ ਕਿ ਸੜਕ ਦੇ ਨਾਲ ਨਾਲ ਜਾਂਦੇ ਰਹੋ। ਗੋ ਡਾਊਨ ਦਿਸ ਸਟਰੀਟ ਯਾਨੀ ਇਸ ਗਲੀ ਵਿੱਚ ਜਾਓ। ਡਾਊਨ ਦਾ ਮਤਲਬ ਇਸ ਗਲੀ ਵਿੱਚ ਜਾਓ। ਵਾਕ ਡਾਊਨ ਯਾਨੀ ਸਿੱਧਾ ਜਾਂਦੇ ਰਹੋ। ਨੈਕਸਟ ਟੂ ਦ, ਕਿਸੇ ਚੀਜ਼ ਦੇ ਕੋਲ, ਨਾਲ। ਗੋ ਪਾਸਟ ਯਾਨੀ ਇੱਕ ਇਹ ਬਿਲਡਿੰਗ ਹੈਗੀ ਹੈ, ਇਹਨੂੰ ਵੀ ਕ੍ਰੋਸ ਕਰ ਜਾਓ, ਉਹਦਾ ਮਤਲਬ ਹੁੰਦਾ ਹੈ ਲੰਘ ਜਾਓ। ਅੰਟਿਲ ਯੂ ਕਮ ਟੂ ਦ, ਜਦੋਂ ਤੱਕ ਤੁਸੀਂ ਇੱਥੇ ਨਹੀਂ ਪਹੁੰਚ ਜਾਂਦੇ। ਫॉर ਅਬਾਊਟ 1 ਕਿਲੋਮੀਟਰ ਯਾਨੀ ਤੁਸੀਂ ਡਰਾਈਵ ਕਰਦੇ ਰਹੋ ਲਗਭਗ 1 ਕਿਲੋਮੀਟਰ ਤੱਕ। ਅਬਾਊਟ 3 ਬਿਲਡਿੰਗਸ ਅਵੇ, ਲਗਭਗ 3 ਇਮਾਰਤਾਂ ਦੂਰ ਹੈਗੇ। ਸਟੱਡੀ ਦ ਫੋਲੋਇੰਗ ਰੋਡ ਮੈਪ ਆਫ ਮਲਾੜ ਮੁੰਬਈ। ਇਹ ਜਿਹੜਾ ਮੈਪ ਹੈਗਾ ਮਲਾੜ ਮੁੰਬਈ ਦਾ ਹੈਗਾ। ਗਿਵ ਡਾਇਰੈਕਸ਼ਨਸ ਟੂ ਨੈਨਿਕਾ ਸਟੈਂਡਿੰਗ ਔਨ ਦ ਪਾਮ ਕੋਟ ਸਾਈਡ ਆਫ ਲਿੰਕ ਰੋਡ। ਜਿਹੜੀ ਨੈਨਿਕਾ ਹੈਗੀ ਹੈ ਉਹ ਲਿੰਕ ਰੋਡ ਦੀ ਪਾਮ ਕੋਟ ਵਾਲੀ ਸਾਈਡ ਖੜੀ ਹੈ, ਯਾਨੀ ਕਿ ਇੱਥੇ ਖੜੀ ਹੈ। ਟੂ ਰੀਚ ਗੋਗੋਰੀਅਨ ਰੇਲਵੇ ਸਟੇਸ਼ਨ, ਇਹਨੇ ਇੱਥੋਂ ਨਿਕਲ ਕੇ ਕਿੱਥੇ ਤੱਕ ਜਾਣਾ ਹੈ, ਇੱਥੇ ਤੱਕ ਜਾਣਾ ਹੈ। ਯੂਜ਼ਿੰਗ ਦੀ ਅਬਵ ਮੈਂਸ਼ਨਡ ਫਰੇਜ਼ਸ, ਉੱਤੇ ਜਿਹੜੇ ਫਰੇਜ਼ਸ ਦੱਸੇ ਗਏ ਨੇ ਉਹਨਾਂ ਦਾ ਇਸਤੇਮਾਲ ਕਰਕੇ ਆਪਾਂ ਇੱਥੋਂ ਇੱਥੇ ਤੱਕ ਪਹੁੰਚਣਾ। ਠੀਕ ਹੈ, ਤਾਂ ਚਲੋ ਸ਼ੁਰੂ ਕਰਦੇ ਹਾਂ। ਇਹਦਾ ਆਨਸਰ ਲਿਖਿਆ ਹੈ ਟੇਕ ਦ ਲਿੰਕ ਰੋਡ। ਇਹਨੂੰ ਮੈਂ ਕਿਹਾ ਹੈ ਆਹਾ ਇੱਥੋਂ ਲੈ ਕੇ ਆ ਲਿੰਕ ਰੋਡ ਲੈ ਲੈ। ਠੀਕ ਹੈ ਜੀ, ਲਿੰਕ ਰੋਡ ਲੈ ਲਿਆ ਆਪਾਂ। ਉਸ ਤੋਂ ਬਾਅਦ ਗੋ ਅਲੋਂਗ ਇਟ ਟਿਲ ਯੂ ਰੀਚ ਚਿੰਚੋਲੀ ਬੰਡਰ ਰੋਡ। ਉਹਦੇ ਤੇ ਚੱਲਦੇ ਰਹੋ ਜਦ ਤੱਕ ਤੁਸੀਂ ਇੱਥੇ ਨਹੀਂ ਪਹੁੰਚ ਜਾਂਦੇ। ਕਰੈਕਟ, ਇੱਥੇ ਇਹ ਵਾਲੀ ਸੜਕ ਤੇ ਪਹੁੰਚ ਗਏ। ਉਸ ਤੋਂ ਬਾਅਦ ਟਰਨ ਟੂ ਦ ਲੈਫਟ ਐਂਡ ਦੈਨ ਟੂ ਦ ਰਾਈਟ। ਉੱਥੋਂ ਜਾ ਕੇ ਸਿੱਧਾ ਤੁਸੀਂ ਇੱਥੇ ਪਹੁੰਚ ਗਏ ਇੱਕ ਵਾਰ, ਉੱਥੋਂ ਤੁਸੀਂ ਲੈਫਟ ਲੈਣਾ ਇਸ ਸੜਕ ਤੋਂ, ਹੈ ਕਿ ਨਹੀਂ। ਇੱਧਰ ਨੂੰ ਆ ਰਹੀ ਹੈ, ਲੈਫਟ ਲੈ ਲੇਗੀ, ਸਿੱਧਾ ਜਾਂਦੀ ਰਹੇਗੀ। ਉਸ ਤੋਂ ਬਾਅਦ ਤੁਸੀਂ ਰਾਈਟ ਵੱਲ ਨੂੰ ਮੁੜ ਜਾਣਾ। ਇਹ ਕਹਾਂਗੇ ਨਾ ਵੀ ਇੱਥੇ ਪਹੁੰਚ ਗਏ ਇਹ ਵਾਲੀ ਰੋਡ ਤੇ, ਉਸ ਤੋਂ ਬਾਅਦ ਲੈਫਟ, ਫਿਰ ਉਸ ਤੋਂ ਬਾਅਦ ਤੁਸੀਂ ਰਾਈਟ ਲੈ ਲੈਣਾ। ਐਟ ਅ ਲਿਟਲ ਡਿਸਟੈਂਸ ਯੂ ਵਿਲ ਸੀ ਅ ਫਲਾਈਓਵਰ ਬ੍ਰਿਜ। ਥੋੜੀ ਦੂਰ ਹੀ ਤੁਹਾਨੂੰ ਚੱਲਦੇ ਇਹ ਫਲਾਈਓਵਰ ਬ੍ਰਿਜ ਜਿਹੜਾ ਹੈਗਾ ਉਹ ਦਿਸ ਜਾਏਗਾ। ਕ੍ਰੋਸ ਇਟ ਐਂਡ ਯੂ ਆਰ ਐਟ ਦ ਗ੍ਰੋਗੋਰੀਅਨ ਰੇਲਵੇ ਸਟੇਸ਼ਨ। ਇਹਨੂੰ ਪਾਰ ਕਰ ਲਓ, ਇੱਦਾਂ ਕਰਕੇ ਕ੍ਰੋਸ ਕਰਨਾ ਯਾਨੀ ਇਹਨੂੰ ਪਾਰ ਕਰ ਲਓ ਤੇ ਤੁਸੀਂ ਆਪਣੇ ਇੱਥੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਓਗੇ। ਹੈ ਕਿ ਨਹੀਂ, ਸਿੰਪਲ ਤੇ ਈਜ਼ੀ। ਤੇ ਇਹ ਸੀਗੀ ਬੇਟਾ ਅੱਜ ਦੀ ਕਲਾਸ। ਹੁਣ ਅਗਲਾ ਚੈਪਟਰ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਟਿਲ ਦੈਨ ਟੇਕ ਕੇਅਰ, ਬਾਏ ਬਾਏ।